ਧੰਨ ਵਾਹਿਗੁਰੂ ਸਾਹਿਬ ਜੀ। ਗੂਜਰੀ ਮਹੱਲਾ ਪੰਜਵਾ। ਚੌਪਦੇ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਾਹੇ ਰੇ ਮਨ ਚਿਤਵਹਿ ਉਦਮ। ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ। ਤਾ ਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ। ਸੂਕੇ ਕਾਸ਼ਟ ਹਰਿਆ। ਰਹਾਉ ਜਨਨ ਪਿਤਾ ਲੋਕ ਸੁਤ ਬਨਤਾ। ਕੋਇ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ। ਕਾਹੇ ਮਨ ਭਾਉ ਕਰਿਆ। ਊਡੈ ਊਡ ਆਵੈ ਸੈ ਕੋਸਾ। ਤਿਸ ਪਾਛੈ ਬਚਰੇ ਸ਼ਰਿਆ। ਉਨ ਕਵਨ ਖਲਾਵੈ ਕਵਨ ਚੁਗਾਵੈ। ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ। ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ। ਤੇਰਾ ਅੰਤ ਨ ਪਾਰਾ ਵਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਵਿਚਾਰ। ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਏ, ਇਸ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ, ਹੇ ਜੀਵ, ਤੂੰ ਆਪਣੇ ਰਿਜ਼ਕ ਦਾ, ਆਪਣੀ ਰੋਟੀ ਦਾ ਕਿਉਂ ਫਿਕਰ ਕਰਦਾ ਹੈ? ਯਾਦ ਰੱਖੀ, ਜਿਸ ਪਰਮਾਤਮਾ ਨੇ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਹੈ, ਉਹਨੇ ਨਾਲ ਹੀ ਤੇਰੇ ਰਿਜ਼ਕ ਦਾ ਪ੍ਰਬੰਧ ਵੀ ਕਰਕੇ ਰੱਖਿਆ ਹੋਇਆ ਹੈ। ਇਹ ਗੱਲ ਸਮਝਾਉਣ ਵਾਸਤੇ ਸਤਿਗੁਰਾਂ ਨੇ ਜਿਹੜੀਆਂ ਨੇ ਉਹ ਦੋ ਉਦਾਹਰਨਾਂ ਲਈਆਂ ਨੇ। ਪਹਿਲੀ ਉਦਾਹਰਨ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ, ਕਦੀ ਪਹਾੜਾਂ ਦੇ ਵਿੱਚ ਜਾਵੇਂ, ਉੱਥੇ ਲੱਗੀਆਂ ਹੋਈਆਂ ਚਟਾਨਾਂ, ਬਣੇ ਹੋਏ ਜਿਹੜੇ ਪੱਥਰ ਨੇ, ਜੇ ਤੈਨੂੰ ਮੌਕਾ ਮਿਲੇ ਤੇ ਉਹਨਾਂ ਨੂੰ ਖੋਲ੍ਹ ਕੇ ਤੋੜ ਕੇ ਵੇਖੀ, ਉਹਨਾਂ ਦੇ ਅੰਦਰ ਵੀ ਕੀੜੇ, ਉਹਨਾਂ ਦੇ ਅੰਦਰ ਵੀ ਜੰਤੂ, ਜੀਵ ਜੰਤੂ ਹੁੰਦੇ ਨੇ। ਸਤਿਗੁਰੂ ਕਹਿਣ ਲੱਗੇ, ਉਹ ਪੱਥਰ ਦੇ ਵਿੱਚ ਕਿਸੇ ਪਾਸਿਓਂ ਰਸਤਾ ਨਹੀਂ, ਸਾਰੇ ਪਾਸਿਓਂ ਪੱਥਰ ਬੰਦ ਹੈ। ਫਿਰ ਵੀ ਉਹਦੇ ਵਿੱਚ ਜਿਹੜਾ ਜੀਵ ਹੈ ਉਹ ਕਿਹਦੇ ਸਿਰ 'ਤੇ ਪਲਦਾ ਪਿਆ ਹੈ? ਉਹਨੂੰ ਵੀ ਉਹਦਾ ਰਿਜ਼ਕ ਪੱਥਰ ਦੇ ਵਿੱਚ ਵੀ ਮਿਲਦਾ ਪਿਆ ਹੈ। ਦੂਸਰੀ ਉਦਾਹਰਨ ਸਤਿਗੁਰਾਂ ਨੇ ਜਿਹੜੀ ਉਹ ਕੂੰਜ ਦੀ ਦਿੱਤੀ ਹੈ
ਕਹਿਣ ਲੱਗੇ ਕੂੰਜ ਜਿਹੜਾ ਇੱਕ ਪ੍ਰਵਾਸੀ ਪੰਛੀ ਹੈ, ਇਹ ਮੌਸਮ ਦੇ ਹਿਸਾਬ ਦੇ ਨਾਲ ਜਿਹੜਾ ਹੈ ਉਹ ਕਈ ਥਾਵਾਂ ਦੇ ਉੱਤੇ ਘੁੰਮਦਾ ਹੈ, ਪਰ ਜਦੋਂ ਇਹ ਕੂੰਜ ਆਪਣੇ ਆਂਡੇ ਦੇ ਕੇ ਜਾਂ ਬੱਚੇ ਦੇ ਕੇ ਦੂਸਰੇ ਇਲਾਕੇ ਨੂੰ ਆਉਂਦੀ ਹੈ ਤੇ ਉਹਦੇ ਬੱਚਿਆਂ ਨੂੰ ਕੋਈ ਖਵਾਉਣ ਵਾਸਤੇ ਉੱਥੇ ਰੋਟੀ ਪਾਣੀ ਦਾਣਾ ਪਾਣੀ ਜਿਹੜਾ ਖਵਾਉਣ ਵਾਸਤੇ ਬੈਠਾ ਨਹੀਂ ਹੋਇਆ, ਕੂੰਜ ਕੀ ਕਰਦੀ ਹੈ ਕਿ ਦਾਣਾ ਆਪ ਚੁਗਦੀ ਹੈ, ਬੱਚਿਆਂ ਦਾ ਧਿਆਨ ਧਰਦੀ ਹੈ। ਪ੍ਰਮਾਤਮਾ ਧਿਆਨ ਦੇ ਵਿੱਚ ਇੰਨੀ ਕੁ ਉਹਨੂੰ ਤਾਕਤ ਬਖਸ਼ਦਾ ਹੈ ਕਿ ਉਹਦੇ ਬੱਚਿਆਂ ਦੀ ਪਾਲਣਾ ਪੋਸ਼ਣ ਉਸ ਧਿਆਨ ਦੇ ਵਿੱਚ ਹੁੰਦੀ ਹੈ। ਇਹ ਦੋ ਉਦਾਹਰਨਾਂ ਦੇ ਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਮਝਾਉਣ ਲੱਗੇ, ਮਨਾ ਤੂੰ ਪਰਮੇਸ਼ਰ ਦੀ ਬੰਦਗੀ ਕਿਉਂ ਨਹੀਂ ਕਰਦਾ। ਸਤਿਗੁਰੂ ਅੱਜ ਰਹਿਮਤ ਕਰਦੇ ਨੇ, ਕਹਿਣ ਲੱਗੇ ਹੇ ਪ੍ਰਭੂ ਜੀਓ, ਰਹਿਮਤ ਕਰੋ ਕਿਤੇ ਸਾਡੇ ਮਨ ਨੂੰ ਇਹ ਗੱਲ ਸਮਝ ਪੈ ਜਾਵੇ ਕਿ ਜਿਹੜਾ ਤੁਹਾਡੀ ਸੰਗਤ ਦੇ ਵਿੱਚ ਆ ਕੇ ਬੈਠ ਜਾਂਦਾ ਏ, ਜਿਹੜਾ ਤੁਹਾਡਾ ਨਾਮ ਜਪਦਾ ਏ, ਬੰਦਗੀ ਕਰਦਾ, ਸਿਮਰਨ ਕਰਦਾ ਏ, ਉਹ ਇਸ ਭਵਜਲ ਤੋਂ ਪਾਰ ਹੋ ਜਾਂਦਾ ਏ। ਤੇ ਮਨ 'ਚ ਸ਼ੰਕਾ ਹੋਵੇਗਾ ਕਿ ਕਿਵੇਂ ਇੱਕ ਪਾਪੀ ਮਨੁੱਖ ਕਿਵੇਂ ਪਾਰ ਉਤਾਰਾ ਕਰਾ ਸਕਦਾ ਏ। ਸਤਿਗੁਰਾਂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਇੱਕ ਸੁੱਕਦਾ ਹੋਇਆ ਬੂਟਾ, ਉਹਨੂੰ ਸੁੱਕਦੇ ਹੋਏ ਨੂੰ ਪਾਣੀ ਮਿਲ ਜਾਵੇ ਉਹ ਦੁਬਾਰਾ ਹਰਿਆ ਹੋ ਜਾਂਦਾ ਏ। ਜਿਸ ਟੁੱਟੇ ਹੋਏ ਨੂੰ, ਵਿਕਾਰਾਂ 'ਚ ਡਿੱਗੇ ਹੋਏ ਨੂੰ ਗੁਰੂ ਦੀ ਸੰਗਤ ਮਿਲ ਜਾਵੇ, ਉਹਦਾ ਵੀ ਪਾਰ ਉਤਾਰਾ ਹੋ ਜਾਂਦਾ ਏ। ਇਹ ਸਤਿਗੁਰਾਂ ਨੇ ਅੱਜ ਅੰਮ੍ਰਿਤ ਬਚਨ ਜਿਹੜੇ ਸਾਡੀ ਝੋਲੀ 'ਚ ਪਾਏ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ। ਕਹਿ ਲਗੇ ਹੇ ਮੇਰੇ ਪ੍ਰਭੂ ਜੀ, ਜਿਹੜਾ ਤੁਹਾਡੀ ਸੰਗਤ 'ਚ ਆਣ ਕੇ ਬੈਠਦਾ ਏ, ਜਿਹੜਾ ਸੰਗਤ ਕਰਦਾ, ਨਾਮ ਜਪਦਾ ਏ, ਉਹ ਭਵਜਲ ਨੂੰ ਪਾਰ ਹੋ ਜਾਂਦਾ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ। ਪਰਮ ਦਾ ਅਰਥ ਹੈ ਸ੍ਰੇਸ਼ਟ। ਕਹਿੰਦੇ ਸੰਗਤ ਦੇ ਵਿੱਚ ਬੈਠ ਕੇ ਜਦੋਂ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ ਏ, ਉਹਨੂੰ ਜਿਹੜੀ ਆਤਮਿਕ ਅਵਸਥਾ, ਸ੍ਰੇਸ਼ਟ ਆਤਮਿਕ ਅਵਸਥਾ ਮਿਲਦੀ ਹੈ। ਕਿਵੇਂ? ਸੂਕੇ ਕਾਸਟ ਹਰਿਆ, ਜਿਵੇਂ ਕਿਸੇ ਸੁੱਕਦੇ ਹੋਏ ਪੌਦੇ ਨੂੰ, ਬੂਟੇ ਨੂੰ ਪਾਣੀ ਮਿਲ ਜਾਵੇ, ਉਹ ਹਰਿਆ ਹੋ ਜਾਂਦਾ ਏ। ਇਸੇ ਤਰੀਕੇ ਦੇ ਨਾਲ ਕੋਈ ਡਿੱਗਾ ਹੋਇਆ, ਵਿਕਾਰਾਂ ਦੇ ਵਿੱਚ ਡਿੱਗਾ ਹੋਇਆ, ਮੋਹ ਮਮਤਾ ਦੇ ਵਿੱਚ ਵੀ ਮਨੁੱਖ ਰੱਬ ਦੇ ਕੋਲ ਆ ਜਾਵੇ, ਪਰਮਾਤਮਾ ਉਹਨੂੰ ਵੀ ਸੁੱਕੇ ਹੋਏ ਅੰਦਰ ਨੂੰ, ਅੰਦਰ ਦਾ ਖੇੜਾ, ਅੰਦਰ ਦੀ ਹਰਿਆਵਲਤਾ ਬਖਸ਼ ਦਿੰਦਾ ਹੈ। ਸੋ ਇਹ ਅੱਜ ਦੇ ਪਾਵਨ ਸ਼ਬਦ ਦਾ ਅੰਤਰੀ ਭਾਵ ਹੈ। ਇਹ ਅੰਮ੍ਰਿਤ ਬਚਨ ਦਾ ਜਦੋਂ ਆਪ ਸੰਗਤ ਨੇ ਪਾਠ ਸਰਵਣ ਕੀਤਾ ਤੇ ਆਪ ਦੇ ਮਨ ਦੇ ਵਿੱਚ ਰਹਿ ਰਾਸ ਦਾ ਪਾਠ ਜ਼ਰੂਰ ਆਇਆ ਹੋਵੇਗਾ, ਕਿਉਂਕਿ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਵਾਰ ਆਇਆ ਹੈ। ਜਿਹੜੇ ਸੰਗਤਾਂ ਰਹਿ ਰਾਸ ਸਾਹਿਬ ਦਾ ਪਾਠ ਕਰਦੇ ਰਹੇ ਉਹਨਾਂ ਦੀ ਜਾਣਕਾਰੀ ਵਾਸਤੇ, ਇਹ ਰਹਿ ਰਾਸ ਦੇ ਵਿੱਚ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਹ ਬਚਨ ਪੜ੍ਹਦੇ ਹਾਂ, ਗੂਜਰੀ ਮਹੱਲਾ, ਇਹ ਰਾਗ ਗੂਜਰੀ ਮਹੱਲਾ 5ਵਾਂ, ਕਾਹੇ ਰੇ ਮਨ ਚਿਤ ਵਹਿ ਉਦਮ, ਇਸ ਤਰੀਕੇ ਦੇ ਨਾਲ ਆਰੰਭ ਹੁੰਦਾ ਹੈ। ਪਰ ਉਸ ਪਾਠ ਦੇ ਵਿੱਚ ਤੇ ਆਹ ਜਿਹੜਾ ਅੱਜ ਸ਼ਬਦ ਆਇਆ, ਇਹਨਾਂ ਦੇ ਵਿੱਚ ਜਿਹੜੇ ਸ਼ਬਦ ਦੇ ਵਿੱਚ ਉਹ 3 ਅੰਤਰ ਨੇ ਸਿਰਫ। ਬਾਕੀ ਜਿਹੜਾ ਉੱਤੇ ਹੈਡਿੰਗ ਦਿੱਤਾ ਹੋਇਆ ਹੈ ਸਤਿਗੁਰਾਂ ਨੇ, ਉਹਦੇ ਵਿੱਚ ਥੋੜ੍ਹਾ ਜਿਹਾ ਅੰਤਰ ਮੈਂ ਉਹ ਆਰੰਭ ਕਰਦੇ ਵਿੱਚ ਦੱਸ ਦੇਵਾਂਗਾ। ਸ਼ਬਦ ਦੇ ਵਿੱਚ 3 ਅੰਤਰ ਨੇ, ਕਿਉਂਕਿ ਕਈਆਂ ਨੂੰ ਇਹ ਰਹਿ ਰਾਸ ਸਾਹਿਬ ਦਾ ਪਾਠ ਯਾਦ ਹੋਵੇਗਾ ਤੇ ਸੁਣਨ ਲੱਗਿਆ ਜਦੋਂ ਦਾਸ ਨੇ ਪਾਠ ਕੀਤਾ, ਮਨ 'ਚ ਇਹ ਵੀ ਆ ਸਕਦਾ ਕਿ ਬਾਬਾ ਜੀ ਨੂੰ ਭੁਲੇਖਾ ਨਾ ਲੱਗ ਗਿਆ ਹੋਵੇ। ਇਸ ਕਰਕੇ ਪਹਿਲਾ ਅੰਤਰ ਇੱਥੇ ਪਾਠ ਦੇ ਵਿੱਚ ਆਵੇਗਾ। ਚਲੋ ਆਪਾਂ ਅੱਗੇ ਅੱਗੇ ਵੀ ਸਾਂਝਾ ਕਰਾਂਗੇ। ਹੁਣ ਵੀ ਬੇਨਤੀ ਕਰ ਦੇਣਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ, ਉੱਥੇ ਪਾਠ ਸੋ ਹੈ, ਉੱਥੇ ਔਂਕੜ ਦੇ ਨਾਲ ਆਉਂਦਾ ਏ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਉੱਥੇ ਸੋ ਹੈ, ਇੱਥੇ ਸੇ ਹੈ। ਪਹਿਲਾ ਇਹਦਾ ਅੰਤਰ ਇਹ ਪਾਠ ਦੇ ਵਿੱਚ ਆਉਂਦਾ ਹੈ। ਦੂਸਰਾ ਅੰਤਰ ਇਹਦਾ ਜਿਹੜਾ ਤੀਸਰਾ ਬੰਦ ਹੈ, ਇੱਥੇ ਸ਼ਬਦ ਹੈ ਊਡੈ, ਊਡ ਆਵੈ ਸੈ ਕੋਸਾਂ, ਇੱਥੇ ਊਡੈ ਲਿਖਿਆ ਹੋਇਆ, ਉੱਥੇ ਊਡੇ ਲਿਖਿਆ ਹੋਇਆ ਹੈ। ਇਹ ਕੇਵਲ ਤੇ ਕੇਵਲ ਇੱਕ ਲਾਂ ਦਾ ਅੰਤਰ ਹੈ। ਇੱਥੇ ਦੁਲਾਵਾਂ ਪਈਆਂ ਹੋਈਆਂ ਨੇ, ਉੱਥੇ ਲਾਂ ਲੱਗੀ ਹੋਈ ਹੈ। ਤੀਸਰਾ ਇਹਦਾ ਅੰਤਰ ਇਸੇ ਹੀ ਪੰਕਤੀ ਅਗਲੀ ਦੇ ਵਿੱਚ ਆਉਂਦਾ ਹੈ, ਉਨ ਕਵਨ ਖਿਲਾਵੈ ਕਵਨ ਚੁਗਾਵੈ, ਇੱਥੇ ਉਨ ਸ਼ਬਦ ਹੈ, ਉੱਥੇ 3 ਸ਼ਬਦ ਹੈ। ਉੱਥੇ ਪਾਠ ਹੈ 3 ਕਵਨ ਖਿਲਾਵੈ ਕਵਨ ਚੁਗਾਵੈ, ਇੱਥੇ ਪਾਠ ਹੈ ਉਨ ਕਵਨ ਖਿਲਾਵੈ ਕਵਨ ਜਗਾਵੈ। ਇਹ 3 ਜਿਹੜੇ ਅੰਤਰ ਨੇ ਇਸ ਪਾਠ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ 2 ਵਾਰ ਸ਼ਬਦ ਆਇਆ ਹੈ ਤੇ ਇਹਨਾਂ 2 ਵਾਰ ਸ਼ਬਦਾਂ ਦੇ ਵਿੱਚ ਜਿਹੜੇ 3 ਅੰਤਰ ਆਏ ਨੇ ਪਾਠ ਭੇਦ ਦੇ ਵਿੱਚ। ਅਗਲੀ ਬੇਨਤੀ ਕਰਾਂ, ਇਹਨਾਂ ਦੋਵਾਂ ਸ਼ਬਦਾਂ ਦੇ ਅਰਥ ਬਿਲਕੁਲ ਸੇਮ ਰਹਿਣਗੇ, ਅਰਥ ਤਬਦੀਲ ਨਹੀਂ। ਜਿਵੇਂ ਪਿੱਛੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਵੀ ਆਇਆ ਸੀ,
ਤੇ ਉਦੋਂ ਵੀ ਮੈਂ ਬੇਨਤੀ ਕੀਤੀ ਸੀ, ਇੱਕ ਗੱਲ ਯਾਦ ਰੱਖਿਓ, ਜਦੋਂ ਸਤਿਗੁਰੂ ਰਾਗਬੱਧ ਬਾਣੀ ਲਿਖਦੇ ਨੇ ਨਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਨੇ। ਰਾਗਬੱਧ ਬਾਣੀ ਜਦੋਂ ਲਿਖੀ ਜਾਂਦੀ ਹੈ ਤੇ ਰਾਗਾਂ ਦੀ ਤਰਤੀਬ ਦੇ ਵਿੱਚ ਇਸ ਸ਼ਬਦ ਨੂੰ ਜਿਹੜਾ ਗੂਜਰੀ ਰਾਗ ਦਿੱਤਾ ਗਿਆ ਹੈ, ਜਿਹੜਾ ਤੁਸੀਂ ਰਹਿ ਰਾਸ ਦੇ ਵਿੱਚ ਪੜ੍ਹਦੇ ਜੇ, ਉਹ ਸਾਡੇ ਨਿਤਨੇਮ ਦਾ ਹਿੱਸਾ ਹੈ। ਤੇ ਨਿਤਨੇਮ ਦੇ ਜਿਹੜੇ ਰਹਿ ਰਾਸ ਦੇ ਸ਼ਬਦ ਨੇ ਇਹ ਰਿਪੀਟ ਹੁੰਦੇ ਨੇ, ਮੈਂ ਬੜੀ ਵਾਰੀ ਦੱਸਿਆ ਹੋਇਆ ਹੈ। ਆਪ ਨੂੰ ਗਿਆਤ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 14 ਅੰਗ ਤੋਂ ਲੈ ਕੇ ਤੇ 1352 ਅੰਗ ਤੱਕ ਜਿਹੜਾ ਇਹ ਰਾਗ ਚੱਲਦੇ ਨੇ, 31 ਰਾਗ ਨੇ। ਥੋੜੀ ਜੀ ਜਾਣਕਾਰੀ ਦੇ ਦੇਵਾਂ, ਸ਼ਬਦ ਨੂੰ ਸਮਝਣਾ ਸੌਖਾ ਹੋ ਜਾਏਗਾ। ਇਹ ਪਹਿਲਾਂ ਆਉਂਦਾ ਜੀ ਜਪਜੀ ਸਾਹਿਬ, ਫਿਰ ਰਹਿ ਰਾਸ ਸਾਹਿਬ, ਫਿਰ ਸੋਹਿਲਾ ਸਾਹਿਬ, ਫਿਰ ਸ੍ਰੀ ਰਾਗ ਆਰੰਭ ਹੋ ਜਾਂਦਾ ਹੈ। 14 ਅੰਗ ਤੋਂ ਜਿਹੜੀ 1430 ਪੰਨਿਆਂ ਵਾਲੀ ਬੀੜ ਹੈ, ਦਮਦਮੀ ਬੀੜ, 14 ਅੰਗ ਤੋਂ ਇਹ ਰਾਗ ਸ਼ੁਰੂ ਹੋ ਜਾਂਦੇ ਨੇ। ਅਖੀਰਲਾ ਰਾਗ ਹੈ ਜੈ ਜੈਵੰਤੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਕੇਵਲ ਉਹਦੀ ਸਮਾਪਤੀ 1353 ਦੇ ਉੱਤੇ ਹੁੰਦੀ ਹੈ। ਇੱਥੋਂ ਤੱਕ ਜਿਹੜਾ ਰਾਗ ਬੱਧ ਬਾਣੀ ਹੈ, ਉਸ ਤੋਂ ਲੈਦਾ 1 ਤੋਂ 14 ਤੱਕ ਤੇ 1353 ਤੋਂ ਬਾਅਦ ਚੱਲ ਕੇ 1430 ਤੱਕ ਇਹ ਰਾਗ ਮੁਕਤ ਬਾਣੀ ਹੈ, ਇਹ ਰਾਗਾਂ ਦੇ ਵਿੱਚ ਨੇ। ਸੋ ਇਸ ਕਰਕੇ ਇਹ ਸ਼ਬਦ ਰਾਗ ਦੇ ਵਿੱਚ ਵੀ ਆਇਆ ਤੇ ਰਾਗ ਮੁਕਤ ਦੇ ਵਿੱਚ ਵੀ ਆਇਆ ਹੈ। ਤੋ ਇਹ ਇਸ ਗੱਲ ਨੂੰ ਲੈ ਕੇ ਕਦੀ ਭੁਲੇਖੇ ਦੇ ਵਿੱਚ ਨਹੀਂ ਪੈਣਾ ਕਿ ਜਿਹੜਾ ਉਹ 2 ਵਾਰ ਸ਼ਬਦ ਕਿਉਂ ਰਿਪੀਟ ਹੋਇਆ ਹੈ। ਇਹ ਸਤਿਗੁਰਾਂ ਨੇ 2 ਥਾਵਾਂ ਤੇ ਇਸ ਕਰਕੇ ਰੱਖਿਆ, ਇੱਕ ਰਾਗ 'ਚ ਆ ਗਿਆ, ਇੱਕ ਨਿਤਨੇਮ 'ਚ ਆ ਗਿਆ। ਅਗਲੀ ਬੇਨਤੀ, ਪਾਠ ਭੇਦ ਸਤਿਗੁਰਾਂ ਨੇ ਤਾਂ ਪਾਇਆ ਹੈ ਤਾਂ ਜੋ ਜਦੋਂ ਅਸੀਂ ਬਾਣੀ ਪੜ੍ਹੀਏ ਸੁਚੇਤ ਹੋ ਕੇ ਬਾਣੀ ਪੜ੍ਹੀ ਜਾਵੇ ਕਿ ਮੈਂ ਉੱਥੇ ਕੀ ਪੜ੍ਹ ਕੇ ਆਇਆ ਸਾਂ ਤੇ ਇੱਥੇ ਕੀ ਪੜ੍ਹ ਕੇ ਆਇਆ। ਜਿਵੇਂ ਰਹਿ ਰਾਸ ਦੇ ਵਿੱਚ 100 ਦਰ ਪੜ੍ਹਦੇ ਆ, ਜਪਜੀ ਦੇ ਸਾਹਿਬ ਦੇ ਵਿੱਚ ਵੀ 100 ਦਰ ਆਉਂਦਾ ਹੈ। ਉਹਨਾਂ ਦੇ ਵਿੱਚ 52 ਅੰਤਰ ਨੇ, 300 ਦਰ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਨਾਂ 'ਚ 52 ਅੰਤਰ ਨੇ। ਚਲੋ 2 ਤੇ ਆਪਾਂ ਰੋਜ਼ ਪੜ੍ਹਦੇ ਹਾਂ, 100 ਦਰ ਕਿਹਾ, 100 ਘਰ ਕਿਹਾ। ਦੂਜਾ ਪੜ੍ਹਿਆ ਜਾਂਦਾ 100 ਦਰ 13 ਕਿਹਾ, 100 ਘਰ ਕਿਹਾ। ਸੋ ਇਹ ਪਾਠ ਭੇਦ ਪਾਉਣ ਦਾ ਭਾਵ ਇਹ ਹੁੰਦਾ ਕਿ ਭਲਿਆ ਤੇਰਾ ਇਹ ਰੋਜ਼ ਦਾ ਨੇਮ ਦਾ ਹਿੱਸਾ ਹੈ, ਤੂੰ ਧਿਆਨ ਦੇ ਨਾਲ ਅੱਖਾਂ ਖੋਲ ਕੇ ਬਾਣੀ ਪੜ੍ਹੀ। ਸੋ ਇਹ ਅੰਮ੍ਰਿਤ ਬਚਨ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਗੂਜਰੀ, ਉੱਥੇ ਸ਼ਬਦ ਹੈ ਰਾਗ ਗੂਜਰੀ ਮਹੱਲਾ ਪੰਜਵਾਂ। ਇੱਥੇ ਰਾਗ ਨਹੀਂ ਲਿਖਿਆ ਹੋਇਆ, ਇੱਥੇ ਹੈ ਜੀ ਗੂਜਰੀ ਮਹੱਲਾ ਪੰਜਵਾਂ, ਚੌਪਦੇ ਘਰ ਪਹਿਲਾ। ਉੱਥੇ ਚੌਪਦੇ ਘਰ ਪਹਿਲਾ ਨਹੀਂ ਲਿਖਿਆ, ਇੱਥੇ ਨਾਲ ਲਿਖਿਆ ਹੋਇਆ ਹੈ। ਭਾਵ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ 4 ਪਦਿਆਂ ਵਾਲਾ ਸ਼ਬਦ ਪਹਿਲੇ ਘਰ ਸੁਰ ਤਾਲ ਦੇ ਵਿੱਚ ਗਾਉਣ ਦੀ ਸਤਿਗੁਰੂ ਇਹਦਾ ਜਿਹੜੀ ਸਾਨੂੰ ਹੁਕਮ ਕਰਦੇ ਨੇ। ਇਹ ਪਾਵਨ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਇਹ 495 ਦੇ ਉੱਪਰ ਸੁਭਾਏਮਾਨ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਉਹ ਅਦੁੱਤੀ ਬ੍ਰਹਮ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਉਹਦੀ ਪ੍ਰਾਪਤੀ ਜਿਹੜੀ ਹੈ ਸਤਿਗੁਰਾਂ ਦੀ ਦਇਆ ਦੇ ਨਾਲ ਹੁੰਦੀ ਹੈ। ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਇਹ ਬਾਣੀ ਆਰੰਭ ਹੋ ਰਹੀ ਹੈ ਜੀ, ਕਹਿਣ ਲੱਗੇ ਕਾਹੇ ਰੇ ਮਨ ਚਿੱਤ ਵਹਿ ਉਦਮ ਜਾ ਆਹਰ ਹਰ ਜੀਓ ਭਰਿਆ। ਇੱਥੇ ਜਿਹੜਾ ਮਨ ਸ਼ਬਦ ਹੈ ਇਹ ਸੰਬੋਧਕੀ ਪਦ ਹੈ, ਇਹਨੂੰ ਸੰਬੋਧਨ ਕਰਨਾ ਹੈ, ਮਨ ਨੂੰ ਆਵਾਜ਼ ਮਾਰਨੀ ਹੈ। ਕਿਉਂਕਿ ਇਹ ਤੱਕ ਕਈ ਵਾਰੀ ਮੈਂ ਥੋੜ੍ਹੀ ਜਿਹੀ ਵਿਆਕਰਨ ਵੀ ਜਿੰਨੀ ਕੁ ਮਾਤ ਹੈ ਸਾਂਝੀ ਕਰ ਦੇਣਾ, ਇਹਦੇ ਨਾਲ ਪਾਠ ਕਰਨਾ ਤੇ ਪਾਠ ਨੂੰ ਸਮਝਣਾ ਬੜਾ ਸੌਖਾ ਹੋ ਜਾਂਦਾ। ਇੱਥੇ ਮਨ ਦਾ ਨੰਨਾ ਮੁਕਤਾ ਹੈ, ਕੋਈ ਮਾਤਰਾ ਨਹੀਂ ਹੈ, ਮੰਮਾ ਨੰਨਾ ਮਨ ਸਿੱਧਾ ਲਿਖਿਆ ਹੋਇਆ। ਇਹਨੂੰ ਸੰਬੋਧਨ ਕਰਾਂਗੇ ਮਨ ਨੂੰ। ਕਹਿਣ ਲੱਗੇ ਕਾਹੇ ਰੇ ਮਨ, ਹੇ ਮੇਰਿਆ ਮਨਾ ਕੀ ਹੋਇਆ। ਕਾਹੇ ਦਾ ਅਰਥ ਕਰਾਂਗੇ ਕੀ ਹੋ ਗਿਆ ਤੈਨੂੰ। ਚਿੱਤ ਵਹਿ ਉਦਮ, ਉਦਮ ਦਾ ਅਰਥ ਹੈ ਇਹ ਕੋਈ ਆਹਰ ਕਰਨਾ, ਕੋਈ ਮਨ ਦੇ ਵਿੱਚ ਹੀਲਾ ਵਸੀਲਾ ਕਰਨ ਦੇ ਬਾਰੇ ਸੋਚਾਂ ਸੋਚੀ ਜਾਣੀਆਂ। ਕਹਿ ਲਗੇ ਜਾ, ਇਹਦਾ ਪਾਠ ਜਾਂ ਨਹੀਂ ਕਰਨਾ। ਜਦੋਂ ਜਾਂ ਕਰਾਂਗੇ ਬਿੰਦੀ ਲਾ ਕੇ ਉਹਦਾ ਅਰਥ ਹੋ ਜਾਏਗਾ ਦੋਵਾਂ ਚੀਜ਼ਾਂ ਨੂੰ ਮਿਲਾਉਣ ਵਾਸਤੇ, ਜਾਂ ਆ ਤੇ ਜਾਂ ਆ। ਜਦੋਂ ਪਾਠ ਕਰਾਂਗੇ ਜਾ ਬਿੰਦੀ ਤੋਂ ਬਿਨਾ ਉਹਦਾ ਅਰਥ ਹੋ ਜਾਏਗਾ ਜਿਸ। ਇਸ ਕਰਕੇ ਇਹਦਾ ਅਰਥ ਕਰਾਂਗੇ ਜਿਸ। ਕਹਿ ਲਗੇ ਜਾ ਆਹਰ ਹਰ ਜੀਓ ਭਰਿਆ। ਕਹਿ ਲਗੇ ਤੂੰ ਕਾਹਦੇ ਵਾਸਤੇ ਮਨ ਦੇ ਵਿੱਚ ਸੋਚਾ ਸੋਚੀ ਫਿਰਦਾ ਹੈ, ਜਿਹੜੇ ਆਹਰ ਦੇ ਪਿੱਛੇ ਤੂੰ ਭੱਜਦਾ ਫਿਰਦਾ, ਜਿਹੜੀ ਰਿਜ਼ਕ ਦੇ ਪਿੱਛੇ ਤੂੰ ਭੱਜਦਾ ਫਿਰਦਾ ਹੈ ਨਾ, ਉਹਦਾ ਆਹਰ ਕਰਨ ਵਾਸਤੇ ਪ੍ਰਮਾਤਮਾ ਖੁਦ ਆਪ ਇਸ ਕੰਮ ਦੇ ਵਿੱਚ ਲੱਗਾ ਹੋਇਆ ਹੈ। ਇਹ ਪੰਕਤੀ ਫਿਰ ਮੈਂ ਪੂਰੀ ਪੜ੍ਹ ਦੇਵਾਂ। ਕਾਹੇ ਰੇ ਮਨ ਚਿੱਤ ਵਹਿ ਉਦਮ ਜਾ ਆਹਰ ਹਰ ਜੀਓ ਭਰਿਆ। ਆਹਰ ਦਾ ਅਰਥ ਹੈ ਕੋਈ ਹੀਲਾ ਵਸੀਲਾ ਕਰਨਾ। ਸਤਿਗੁਰੂ ਕਹਿਣ ਲੱਗੇ ਕਿ ਮਨਾ ਤੂੰ ਸੋਚਾਂ ਵਿੱਚ ਕਿਉਂ ਪੈਣਾ ਹੈ। ਇੱਥੇ ਇੱਕ ਮੈਂ ਬੇਨਤੀ ਕਰ ਦੇਵਾਂ ਕਿ ਸਿੱਖ ਨੇ ਉਦਮ ਨਹੀਂ ਕਰਨਾ, ਸਿੱਖ ਨੇ ਕਿਰਤ ਨਹੀਂ ਕਰਨੀ। ਨਹੀਂ, ਇਹਦਾ ਅਰਥ ਇਹ ਨਹੀਂ ਕਿਤੇ ਕਰ ਲਿਓ ਵੀ ਸਤਿਗੁਰੂ ਕਹਿਣ ਲੱਗੇ ਵੀ ਕੀ ਉਦਮ ਕਰਦਾ ਫਿਰਦਾ, ਰੱਬ ਤੇ ਰੋਟੀ ਆਪੇ ਦੇ ਦੇਗਾ। ਇਹਦਾ ਅਰਥ ਇਉਂ ਨਹੀਂ ਕਰਨਾ। ਇੱਕ ਗੱਲ ਯਾਦ ਰੱਖਿਓ, ਸਾਨੂੰ ਪਹਿਲਾਂ ਫਲਸਫਾ ਸਮਝਣਾ ਪੈਣਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਫਲਸਫਾ ਕੀ ਹੈ। ਬਹੁਤ ਵਾਰੀ ਇੱਦਾਂ ਹੁੰਦਾ ਹੈ
कि असी कुछ शब्द लैके उन्होंने चुक के ते वो संगत के सामने रख देने, सानू उहदा अंतरी भाव नहीं पता होंदा कि गुरु ग्रंथ साहब ये बारे कहना की चाहते हैं। जे इत्थे उद्यम की गल है, आहर की गल है, रिजक की गल है, तो ये सुभाविक चीज़ है, ये साडी रोजाना के काम आने वाली वस्तु है। रिजक सानू रोज़ चाहिए है। तो गुरु का सिख याद रखियो, ये गुरु नानक दे दरदा मंगता है, किसी मनुख के दरदा मंगता नहीं। सिख किसी को मंगता नहीं, ये अपने हथी किरत करन दे विच विश्वास रखता है। गुरु नानक साहब का सिद्धांत भी पहला इहो है कि भलिया किरत करो। अमृत बाणी का भी वचन है कि घाल खाए किश हथों दे, नानक राह पछाणे से। पहली बेनती करा, गुरु का सिख आप किरती होवे। जदों आप किरत करनी है, वो कमाई दे विचों किते गरीब का भी भला कर देना है, तो अपना परिवार का भी गुजारा करना है। पर जिहड़ा इत्थे शब्द आया ना, तू काहदे विच वास्ते सोचा सोचदा फिरदा है, उहदा असल दे विच अर्थ ये है, जिन्नी क दाते ने समझ मैनूं दित्ती कि मनुख की करदा है। एक तो असीं रिजक इकट्ठा करदे, अपनी जो रूटीन की साडी रोज़मर्रा की जिंदगी है। मान लो कोई मनुख अपनी ड्यूटी दे जांदा है, काम करी जांदा है, वो रूटीन दे नाल हो रहा, जिन्नी तनख्वाह आउणी है, जो घर का सर्कल वो चली जांदा है। जिहड़ी असीं वाधू की टेंशन चुक्की फिरदे हैं ना, भी गांह की बनेगा मेरे नाल, गांह अगले महीने का राशन कित्थों आवेगा, गांह की बनेगा, उहदे बारे सतगुरु कहण लगे वो फालतू की टेंशन जिहड़ी तू चुकनी छड्ड दे, उहनूं सोचण दा कोई फायदा नहीं। जे अज रब ने रोटी खाण वास्ते तैनूं दित्ती है, जे कल दा दिन आवेगा तो रोटी तैनूं कल भी खाण वास्ते देवेगा। आ अर्थ करना है कि तू फालतू दीयां सोचां सोचनियां बंद कर दे। देखो इस शब्द दे विच सतगुरां ने मनोविग्यान भी बड़ी रखी है। जदों तुसीं किसी चीज़ नूं बार बार सोचते जाओगे, वो तुहाडी सिर पीड़ का, तुहाडी बीमारी का कारण बनेगा। सतगुरु कहंदे काहदे वास्ते सोचदा। मैं इतिहास की एक उदाहरण दे देना, तुसीं गोइंदवाल साहब का इतिहास पढ़ लो। धन गुरु अमरदास महाराज जी दे कोल जदों संगत कोई भेटा लैके आउंदी सी ना, किसी ने रिजक लैके आउणा, किसी ने माया लैके आउणी, किसी ने कोई धन पदार्थ कुछ भी लैके आउणा, ते सतगुरु उन्नी ही भेटां प्रवान करते सन जिन्नी उस दिन दे विच वरती जानी सी। ये खास सानू समझण दी लोड़ है। ये गुरु घर का सिद्धांत रहा है। मान लो गोइंदवाल साहब की उसारी हुंदी है, होर किन्ने कारज कीते जा रहे हैं, उत्थे माया भी चाहिदी है, संगत आउंदी है, राशन पानी भी चाहिदा है। सतगुरु उन्नी ही भेटां प्रवान करते सन जिन्नी रोज़ लग जानी, जिहड़ी लगन तो वध आउंदी सतगुरु रोक देंदे सन। कहिंदे सन जे कल दा दिन आवेगा तो ये भेटा कल लैओ, अजे इन्हां दी लोड़ नहीं। अगली बेनती, जदों प्रशादा तैयार किया जाना, उन्ना तैयार किया जाना जिन्ना रात तक से केवल तो केवल सारिਆਂ ਨੂੰ ਵਰਤਾ के तो समाप्त हो जाना। जे किधरे प्रशादा वध जाना तो वह प्रशादा वो राशन जिहड़ा है ब्यास दे विच, दरिया दे विच मच्छियां नूं पा दिता जांदा हुंदा सी। रात पानी का एक कौला भी नहीं सी रखिया जांदा हुंदा। भांडे धो के, जिहड़े पतीले, जिहड़े गागरां धो के, जो भी सन कड़ाई, उन्होंने मूधा मार दिता जांदा हुंदा सी। जे कोई पुछदा सी सतगुरु सवेरे रोटी कित्थों आवेगी, तो इक्को जवाब हुंदा सी, जे सवेरे दिन चढ़ेगा तो परमात्मा रिजक भी जरूर देवेगा। आ साडा इतिहास है। इन्ना ज़्यादा परमात्मा के उत्ते भरोसा है, पर असी तो कई पीढ़ियां का राशन इकट्ठा करी फिरदे हैं, तो फिर भी मनुख चिंतित है कि मेरा टब्बर कित्थों पलेगा। सतगुरु कहंदे तू इन्ना ना सोचिया कर, तू किरत कर। सिख ने किरत करनी है, सिख ने सोच नहीं सोचनी। ये गल फिर ध्यान दिओ। मैं एक उदाहरण दे देना, थोड़ा जिहा सौखा समझ लग जाएगा। एक बच्चा स्कूल दे विच जांदा है, मान लो उहदा टीचर उहनूं सिलेबस दिंदा है, वो सिलेबस वेख के ये गल सोची जाए कि साल बाद पेपर आने ने मेरे फाइनल, जिन्ना सिलेबस देता मेरे को तो पढ़िया नहीं जाना, मैं तो फेल हो जाऊँगा। जे मैं पढ़ा तो पढ़ा किवें, इन्नियां किताबां मेरे को पढ़िया नहीं जानियां, ये तो काम बड़ा तगड़ा है। तो तुसीं सोचो गुरमुखो कि वो उस डिग्री नूं उस क्लास दे विचों पास करके प्राप्त कर लेगा। उन्हें काम नहीं करना शुरू किया, उन्हें सिर्फ सोचा सोचनियां शुरू कीतियां। रोज़ किताब वेखदा है, रोज़ चिंता च पै जांदा, एड्डी मोटी किताब कौन पढ़ेगा। रोज़ वेखदा, रोज़ कमला वो चीज़ सोचता जाता है। एक दिन इहो ही हुंदा है, पेपर आउंदे ने, पढ़िया कख नहीं, आखिर फेल हो जाता है। दूसरे पासे जे वो टीचर की गल मान लवे, टीचर रूटीन दे नाल सिलेबस थोड़ा थोड़ा करके दिंदा है, वो थोड़ा थोड़ा सिलेबस उन्होंने रोज़ कवर करता जाए, रोज़ पढ़ता जाए,
एक दिन साल बीत जाएगा, साल बाद पेपर आउणगे, उही वो मनुख इम्तिहान दे के बच्चा पेपर दे विचों चंगे नंबर खड़ के ते डिग्री हासिल कर जांदा है। सतगुरां ने सानू मेहनत करन नूं कहा है, सतगुरां ने वेलड़ नहीं बनाया कि तू वेला बह के सोची जा भी काम किवें होना है। सतगुरु कहंदे काम किवें नहीं होना, तैनू हथ पैर दिते हुए ने, तू आप काम करना है। हुण तेरी मर्जी है तू पढ़ना किवें है, तेरी मर्जी है तू काम किवें करना है। सो ये गल नूं जरूर इस फलसफे नूं सानू समझण दी लोड़ है। सतगुरु इत्थे समझा रहे ने कि मना की हो गया तैनू, कादे वास्ते लंबियां सोचा सोची जाना है, अजे दिन पता नहीं चढ़िया कि नहीं चढ़िया, तू पहला सोचा जाना कि अगले साल मेरे नाल की होएगा। बंदे दा ते घड़ी दा पता नहीं है। इदां ही है ना, असी मकान बनाउने आ, असी लीड़ा कपड़ा खरीदते हैं, इन्हां चीज़ों की कोई ना कोई बुनियाद है। तुसी मकान बनाउंदे जे ना, ये जिहड़ा लैंटर की गारंटी जिहड़ी 30 तो 50 साल तक की दित्ती जाती है, चलो वध समा भी कट जाता है। तुसी किसी दुकानदार दे कोल जाओ, वो कपड़े की जिहड़ी है गारंटी है, वो रंग लथन की भी गारंटी देगा कि रंग पक्का जो लथेगा वापस आ जाए, तो वो हंडन की गारंटी भी दी जाती है, 2-4 साल जिहड़ा वो हंडेगा। पर गुरमुखों कभी सोचिया कि जिस कपड़े नूं जिस तन ने धारण करना है, उस तन की गारंटी हैगी भी एक नहीं हैगी भी इन्हें धारण करने का मौका मिलना भी है कि पहला नहीं अंदरों फूक निकल जानी। जिहड़ी मैं कोठी की गारंटी लेना पिया है, जिहड़ी गड्डी की इंश्योरेंस करवाना पिया है, गड्डी की इंश्योरेंस है, गारंटी की गारंटी है भी ये इन्ना चिर हंडेगी, ये इन्नी स्पीड ने चलती है। तेरी कोई गारंटी नहीं कि तेनों रब ने हुक्म भी देना है गड्डी दे विच सैल्फ मारन का कि तेनों नहीं हुक्म मिलना। मनुख की की बुनियाद है। इस करके अमृत बाणी कहती है, कह लगे हम आदमी हाँ एक दमी, एक दम का श्वास केवल तो केवल आ दमी, जे आ गया तो दम नहीं आया तो मिट्टी, जे श्वास अंदर आ गया ठीक है, जे ना आया तो कुछ नहीं है। तो फिर सतगुरु कहते जो पता ही कोई नहीं मनुख दे पता शरीर का कि किहड़े वेले नाश हो जाना, तो काहदियां सोचा सोची फिरदा है। वाधू तू सोचेगा, याद रखी बीमारियां का घर अपने कोल इकट्ठा कर लेगा। अज सब तो वध माइग्रेन जिहड़ी मनुख नूं हुंदी पई है, सिर पीड़ का जिहड़ा कारण है, टेंशन का जिहड़ा कारण है, जिहड़े लोग रात नूं नींद की गोली लैके सौंदे ने, उन्हां दे पिछे कोई कारण नहीं, केवल तो केवल इन्ना क कारण फ्यूचर नूं लैके है कि मेरे आउण वाले समय का की बनेगा। मैं कहना असी रह रस पढ़ते हैं, जे किते अमृत बाणी जिहड़ी पढ़ते हैं वो अर्थ पढ़े होंदे ना, अज असी इन्हां बीमारियां दे शायद शिकार ना होंदे। गुरु साहब कह रहे सन काहदे वास्ते तू सोचा सोचदा है। मैं एक बेनती कह के विषय वल आवां। मनुख दा मन दो समयां दे विच रहिंदा है, एक पास्ट दे विच रहिंदा है, एक ये फ्यूचर दे विच रहिंदा है। जिहड़ा पास्ट है, जिहड़ा समा बीत चुका है, उन्होंने हुण याद करता पिया है कि मैं इदां कर दिंदा तो इदां हो जांदा, मेरे नाल चंगा हो गया, मेरे नाल माड़ा हो गया। तू उन्होंने भी नहीं बदल सकदा। मनुख फ्यूचर के बारे सोचदा मैं इदां करांदा शायद इदां हो जाए, तू उन्होंने भी कुछ नहीं कर सकदा। तेरे कोल जिहड़ा प्रेजेंट है, जिहड़े तेरे कोल वर्तमान है, इनू सांभ के तू अपने जीवन नूं सही पासे लै ला। याद रखी तेरी जिंदगी सौर जाएगी। सतगुरु कहंदे आ गल है जिहड़ी अज गुरु अर्जुन साहब कहंदे काहदियां सोचा सोची फिरदा है मन दे विच फालतू दियां। काहे रे मन चित्त वह उद्यम, कहते मना की हो गया तेनू कमले नू, क्यों झल्लियां मारी जाना है, कादे वास्ते उद्यम, कादे वास्ते सोचा सोची जाना है। जा आहर हर जीओ भरिया, परमात्मा ने तेरे रिजिक का प्रबंध करने वास्ते आप इस कारज दे विच लगा होया है। परमात्मा आप कारज हुण मैं उदाहरण देवां, आपां झोना वढ रहे हैं पिंडां दे विच, जां वढना जाना है आउण वाले दिनां च, तकरीबन 10-15 दिनां च सारा काम खाली कर देना है। उस तो बाद कणक बीजनी है। कणक बीज के मनुख घर आके आराम दे नाल बैठ जाता, उन्होंने पता मैं अज बीज पा दिता, 6 महीनों इहदा फल मैनूं मिल जाना है। असी काम कर दिता, अगला प्रोसैस हुण परमात्मा शुरू करदा पिया है। उस दाणे दे विचों किवें पुंगरदा है वो दाणा, किवें एनर्जी निकलदी है, किवें उहदे तो फलियां बनदियां ने, सारा कुछ किवें सिट्टा किवें बूटे बनदे ने, ये परमात्मा दा काम है। तू दाणा पा के आ गया, तू अज पाया 6 महीने जाएगा, रब ने तेनों तैयार करके पक्की कणक तेरे हवाले कर देनी है। फिर कादे वास्ते परमात्मा जिहड़े काम नूं लगा होया, तू कादे वास्ते सोची फिरदा है भी। जे घर बह के सोची जावे मैं अज कणक बीजी, पता नहीं उगनी है कि नहीं उगनी, उगनी वो तो उग जाएगी, तेरा नहीं पता कि तेनों वड्ढण दा टाइम मिलना है कि नहीं मिलना। इस करके कहन लगे जा आहर हर जीओ भरिया, जिस काम दे विच परमात्मा खुद लगा होया है ਉਹਦੇ वास्ते कोई टेंशन लैन की लोड़ नहीं। अगे कह लगे उदाहरण सतगुरु दे के समझाते हैं, सैल पत्थर मह जंत उपाए,
ਇਹਦਾ ਪਾਠ ਪੱਥਰ ਦਾ ਜਿਹੜਾ ਅੱਧਕ ਲਾ ਕੇ ਹੋਵੇਗਾ। ਸੈਲ ਦਾ ਅਰਥ ਹੁੰਦਾ ਪਹਾੜ, ਕਹਿੰਦੇ ਪਹਾੜਾਂ ਦੇ ਵਿੱਚ ਜਾਣ ਦਾ ਕਿਤੇ ਮੌਕਾ ਮਿਲੇ, ਵੇਖੀ ਪਹਾੜਾਂ ਦੇ ਵਿੱਚ ਜਿਹੜੇ ਪੱਥਰ ਪਏ ਹੋਏ ਨੇ ਨਾ, ਸੈਲ ਪੱਥਰ ਮਹਿ ਜੰਤ, ਉਹਨਾਂ ਦੇ ਅੰਦਰ ਵੀ ਜੀਵ ਪ੍ਰਮਾਤਮਾ ਨੇ ਪੈਦਾ ਕੀਤੇ ਹੋਏ ਨੇ। ਜੰਤ ਉਪਾਏ ਤਾਕਾ ਰਿਜਕ, ਆਗਿਆ ਕਰ ਧਰਿਆ, ਆਗੇ ਦਾ ਅਰਥ ਹੈ ਪਹਿਲਾਂ, ਕਹਿੰਦੇ ਉਹਦੇ ਵਿੱਚ ਜੀਵ ਬਾਅਦ ਪ੍ਰਮਾਤਮਾ ਨੇ ਪੈਦਾ ਕਰਨਾ ਹੈ, ਉਹਨਾਂ ਦਾ ਰਿਜਕ ਪਹਿਲਾਂ ਹੀ ਪ੍ਰਬੰਧ ਕਰਕੇ ਰੱਖਿਆ ਹੋਇਆ ਹੈ ਕਿ ਇੱਥੇ ਕੀੜੇ ਨੇ ਆਣ ਕੇ, ਇੱਥੇ ਕਾਢੇ ਨੇ ਆਣ ਕੇ, ਇੱਥੇ ਜੀਵ ਨੇ ਆਣ ਕੇ ਜਨਮ ਲੈਣਾ ਹੈ। ਕਹਿਣ ਲੱਗੇ ਤਾਕਾ ਰਿਜਕ ਆਗਿਆ ਕਰ ਧਰਿਆ। ਅੱਗੇ ਸ਼ਬਦ ਹੈ ਮੇਰੇ ਮਾਧੋ ਜੀ। ਮੈਂ ਉਸ ਦਿਨ ਵੀ ਕਿਹਾ ਸੀ ਗੁਰਮੁਖੋ ਬਾਣੀ ਪੜ੍ਹਨੀ ਹੈ ਪ੍ਰੇਮ ਦੇ ਨਾਲ ਪੜ੍ਹਿਆ ਕਰੋ, ਇਹ ਨਿਤਨੇਮ ਦਾ ਹਿੱਸਾ ਹੈ ਸਾਡਾ। ਇਹ ਪਿਆਰ ਦੇ ਨਾਲ ਪ੍ਰਮਾਤਮਾ ਨੂੰ ਆਵਾਜ਼ ਮਾਰੋ, ਤੁਹਾਡੀ ਆਤਮਿਕ ਅਵਸਥਾ ਬਣੇਗੀ। ਇਹਨੂੰ ਇਉਂ ਵੀ ਪੜ੍ਹਿਆ ਜਾ ਸਕਦਾ, ਇਹ ਮੇਰੇ ਆਪਣੇ ਪਰਸਨਲੀ ਵਿਚਾਰ ਨੇ। ਮੇਰੇ ਮਾਧੋ ਜੀ, ਪਿਆਰ ਦੇ ਨਾਲ ਆਵਾਜ਼ ਮਾਰੋਗੇ। ਮੈਂ ਉਦੋਂ ਵੀ ਉਦਾਹਰਨ ਦਿੱਤੀ ਸੀ, ਬੱਚੇ ਨੂੰ ਭਾਸ਼ਾ ਦਾ ਗਿਆਨ ਨਹੀਂ, ਬੱਚੇ ਨੂੰ ਪਿਆਰ ਨਾਲ ਆਵਾਜ਼ ਮਾਰਦੇ, ਜੇ ਬੱਚਾ ਕੋਲ ਆ ਜਾਂਦਾ, ਜੇ ਪ੍ਰਮਾਤਮਾ ਨੂੰ ਪਿਆਰ ਨਾਲ ਆਵਾਜ਼ ਮਾਰੋਗੇ ਤੇ ਉਹ ਤੁਹਾਡੇ ਹਿਰਦੇ ਤੇ ਕਿਉਂ ਨਹੀਂ ਵਸੇਗਾ। ਅਸੀਂ ਬਾਣੀ ਤੇ ਤਰੀਕੇ ਨਾਲ ਥੋੜ੍ਹੀ ਜਿਹੀ ਪੜ੍ਹ ਲਈਏ, ਹੋਰ ਨਹੀਂ ਕੁਛ, ਤੇ ਅਸੀਂ ਨਿਤਨੇਮ ਤੇ ਭਾਵਨਾ ਦੇ ਨਾਲ ਕਰ ਲਈਏ। ਕਹਿਣਗੇ ਮੇਰੇ ਮਾਧੋ ਜੀ, ਹੇ ਮੇਰੇ ਮਾਧੋ ਜੀ, ਹੇ ਮੇਰੇ ਪ੍ਰਭੂ ਜੀਓ, ਸਤ ਸੰਗਤ ਮਿਲੇ। ਜਿਸ ਮਨੁੱਖ ਨੂੰ ਤੁਹਾਡੀ ਸੰਗਤ ਮਿਲ ਜਾਂਦੀ ਹੈ, ਜਿਹੜਾ ਸੰਗਤ ਦੇ ਵਿੱਚ ਆ ਜਾਂਦਾ ਹੈ, ਜਿਹੜਾ ਗੁਰੂ ਗੁਰੂ ਜਪਣ ਲੱਗ ਪੈਂਦਾ ਹੈ, ਸੇ ਤਰਿਆ। ਉੱਥੇ ਪਾਠ ਰਹਿ ਰਾਸਤੇ ਵਿੱਚ ਸੋ ਹੈ, ਇੱਥੇ ਸੇ ਹੈ। ਕਹਿਣਗੇ ਜਿਹੜਾ ਮਨੁੱਖ ਵੀ ਇਸ ਸੰਗਤ 'ਚ ਆ ਕੇ ਬੈਠ ਜਾਂਦਾ ਹੈ, ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ, ਸਤਿਗੁਰੂ ਕਹਿਣਗੇ ਉਹ ਭਵਜਲ ਤੋਂ ਪਾਰ ਹੋ ਜਾਂਦਾ ਹੈ। ਕਿਵੇਂ ਹੁੰਦਾ ਜੀ? ਗੁਰ ਪ੍ਰਸਾਦ ਪਰਮ ਪਦ ਪਾਇਆ। ਕਿਉਂਕਿ ਸੰਗਤ ਦੇ ਵਿੱਚ ਪ੍ਰਮਾਤਮਾ ਤੇ ਗੁਰੂ ਦੀ ਕਿਰਪਾ ਵਾਪਰਦੀ ਹੈ। ਬੈਠਾ ਆਣ ਕੇ ਸੰਗਤ ਦੇ ਕੋਲ ਹੈ, ਜਪਦਾ ਗੁਰੂ ਗੁਰੂ ਹੈ। ਜਦੋਂ ਗੁਰੂ ਗੁਰੂ ਜਪਦਾ ਫਿਰ ਗੁਰੂ ਦੀ ਕਿਰਪਾ ਵਾਪਰਦੀ ਹੈ। ਗੁਰੂ ਦੀ ਕਿਰਪਾ ਵਾਪਰਦੀ ਤੇ ਸਤਿਗੁਰੂ ਕਹਿ ਲਗੇ ਉਹਨੂੰ ਸ੍ਰੇਸ਼ਟ ਆਤਮਿਕ ਅਵਸਥਾ ਹਾਸਲ ਹੋ ਜਾਂਦੀ ਹੈ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਦੁਆਰਾ, ਪ੍ਰਸਾਦ ਦੇ ਦੱਦੇ ਨੂੰ ਸਿਹਾਰੀ ਹੈ। ਪਰਮ ਪਦ ਪਾਇਆ, ਸ੍ਰੇਸ਼ਟ ਆਤਮਿਕ ਅਵਸਥਾ ਮਿਲ ਗਈ, ਉੱਚਾ ਸੁੱਚਾ ਜੀਵਨ ਮਿਲ ਗਿਆ। ਕਿਵੇਂ? ਕਹਿਣਗੇ ਸੂਕੇ ਕਾਸਟ ਹਰਿਆ। ਫਿਰ ਇਹ ਉਦਾਹਰਨ ਹੈ, ਕਹਿੰਦੇ ਜਿਵੇਂ ਇੱਕ ਸੁੱਕਦੇ ਹੋਏ ਬੂਟੇ ਨੂੰ ਪਾਣੀ ਮਿਲ ਜਾਵੇ ਨਾ, ਮਰਦੇ ਮਰਦੇ ਨੂੰ ਪਾਣੀ ਦੇ ਦਿਓ, ਉਹ ਫਿਰ ਹਰਿਆ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਡਿੱਗੇ ਹੋਏ ਵਿਕਾਰਾਂ ਦੇ ਵਿੱਚ ਮਨੁੱਖ ਨੂੰ ਤੁਸੀਂ ਕਿਤੇ ਰੱਬ ਦੇ ਚਰਨਾਂ ਦੇ ਨਾਲ ਜੋੜਦੇ ਹੋ, ਕਿਤੇ ਉਹ ਸੰਗਤ ਦੇ ਵਿੱਚ ਡਿੱਗਦਾ ਡਿੱਗਦਾ ਮਨੁੱਖ ਵੀ ਅੱਜ ਉਹਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਕਹਿ ਲੱਗੇ ਸੂਕੇ ਕਾਸਟ ਹਰਿਆ ਰਹਾਓ। ਅੱਗੇ ਸ਼ਬਦ ਹੈ ਜੀ ਜਨਨ ਪਿਤਾ ਲੋਕ ਸੁਤ ਬਣਤਾ। ਇਹ 5 ਸ਼ਬਦ ਨੇ, ਇਹਨਾਂ 5 ਨੂੰ ਹੌਲੀ ਹੌਲੀ ਪੜ੍ਹਨਾ ਹੈ। ਜਨਨ ਦਾ ਅਰਥ ਹੈ ਜਨਨੀ, ਪਾਵਰਥ ਕਰਾਂਗੇ ਮਾਂ, ਪਿਤਾ ਪਿਓ, ਲੋਕ ਦਾ ਆ ਲੋਕਾਚਾਰੀ ਭੈਣ ਭਰਾ ਰਿਸ਼ਤੇਦਾਰੀਆਂ ਤੇਰੀਆਂ। ਸੁੱਤ ਇਹਦਾ ਅਰਥ ਹੈ ਪੁੱਤਰ, ਬਣਤਾ ਤੇਰੀ ਇਸਤਰੀ ਲਾਈਫ ਪਾਰਟਨਰ, ਤੇਰੀ ਪਤਨੀ। ਕਹਿਣਗੇ ਕੋਏ ਨਾ ਕਿਸ ਕੀ ਧਰਿਆ। ਧਰਿਆ ਦਾ ਅਰਥ ਇੱਥੇ ਧਰਨਾ ਨਹੀਂ, ਧਰਿਆ ਦਾ ਅਰਥ ਇੱਥੇ ਆਸਰਾ। ਕਿਸ ਕੀ ਦਾ ਅਰਥ ਹੈ ਕਿਸੇ ਦਾ ਵੀ। ਕਹਿਣਗੇ ਆ ਜਿੰਨੇ ਵੀ ਰਿਸ਼ਤੇ ਨੇ, ਯਾਦ ਰੱਖੀ ਇਹ ਤੈਨੂੰ ਸੰਸਾਰ ਚੋਂ ਮਿਲੇ ਨੇ, ਸੰਸਾਰ ਤੱਕ ਨੇ। ਜਿਸ ਵੇਲੇ ਤੂੰ ਰੱਬ ਦੇ ਘਰ ਨੂੰ ਕੂਚ ਕਰਨਾ, ਉਦੋਂ ਇਹਨਾਂ ਚੋਂ ਕਿਸੇ ਨੇ ਵੀ ਤੇਰਾ ਆਸਰਾ ਨਹੀਂ ਹੋ ਬਣਨਾ, ਇਹਨਾਂ ਸਾਰਿਆਂ ਨੇ ਤੇਰਾ ਸਾਥ ਛੱਡ ਜਾਣਾ। ਯਾਦ ਰੱਖਿਓ ਇਹ ਇੱਥੇ ਦੁਨਿਆਵੀ ਤੌਰ ਤੇ ਅਰਥ ਨਹੀਂ ਕਰਨਾ। ਜੇ ਮੈਂ ਸਿੱਧਾ ਇਹਦੇ ਅਰਥ ਕਰ ਗਿਆ ਨਾ ਕਿ ਮਾਂ ਬਾਪ ਚੋਂ ਕਿਸੇ ਨੇ ਨਹੀਂ ਬਣਨਾ, ਤੇ ਆਪਾਂ ਜਿਹੜਾ ਕੱਲ ਸ਼ਬਦ ਪੜ੍ਹਿਆ ਸੀ ਨਾ ਉਹ ਗਲਤ ਹੋ ਜਾਏਗਾ। ਫਿਰ ਕੱਲ ਤੇ ਆਪਾਂ ਇਹ ਸ਼ਬਦ ਪੜ੍ਹਿਆ ਸੀ ਨਾ ਵੀ ਜੋ ਕੁਝ ਵੀ ਹੈ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ। ਇੱਕ ਪਾਸੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਇਹ ਸਾਰਾ ਕੁਝ ਪ੍ਰਮਾਤਮਾ ਨੇ ਪੈਦਾ ਕੀਤਾ ਹੋਇਆ ਹੈ, ਸਭਨਾ ਕੋ ਸੰਬੰਧ ਹਰ ਕਰ ਦੀਏ, ਤੇ ਸਾਰਿਆਂ ਨਾਲ ਰਿਸ਼ਤਾ ਪ੍ਰਮਾਤਮਾ ਨੇ ਜੋੜਿਆ। ਅੱਜ ਸਤਿਗੁਰੂ ਕਹਿੰਦੇ ਕਿਸੇ ਨੇ ਤੇਰਾ ਆਸਰਾ ਨਹੀਂ ਬਣਨਾ। ਇਹ ਇਉਂ ਜਾਪੇਗਾ ਜਿਵੇਂ ਪੰਕਤੀਆਂ ਆਪਾ ਵਿਰੋਧੀ ਨੇ, ਪਰ ਇਹ ਆਪਾ ਵਿਰੋਧੀ ਨਹੀਂ। ਇਹਨਾਂ ਦੋਵਾਂ ਦਾ ਸਾਨੂੰ ਫਿਰ ਭਾਵ ਅਰਥ ਸਮਝਣਾ ਪਵੇਗਾ। ਉੱਥੇ ਕੱਲ ਰਿਸ਼ਤੇ ਗੱਲ ਜਿਹੜੀ ਕੀਤੀ ਸੀ ਉਹ ਤਾਂ ਕੀਤੀ ਸੀ ਤੂੰ ਗ੍ਰਸਤ ਨੂੰ ਛੱਡ ਕੇ ਬਾਹਰ ਨਾ ਭੱਜੀ, ਗ੍ਰਸਤ ਦੇ ਵਿੱਚ ਹੀ ਪ੍ਰਮਾਤਮਾ ਮਿਲ ਜਾਏਗਾ। ਉਹ ਉਸ ਸੰਦਰਭ ਦੇ ਵਿੱਚ ਸੀ। ਅੱਜ ਇਹ ਗੱਲ ਸਮਝਾਈ ਜਾ ਰਹੀ ਹੈ ਤੂੰ ਗ੍ਰਸਤ ਦੇ ਵਿੱਚ ਰਹਿ, ਨਾਮ ਜਪ, ਪਰ ਯਾਦ ਰੱਖੀ ਤੇਰੀ ਜਿੰਦ ਦਾ ਆਸਰਾ ਕੇਵਲ ਤੇ ਕੇਵਲ ਪ੍ਰਮਾਤਮਾ ਹੈ। ਜਿੰਦ ਦਾ ਆਸਰਾ ਆ ਰਿਸ਼ਤਿਆਂ ਦੇ ਵਿੱਚੋਂ ਤੇਰਾ ਕਿਸੇ ਨੇ ਵੀ ਨਹੀਂ ਬਣਨਾ। ਸੋ ਇਹਨਾਂ ਅਰਥਾਂ ਨੂੰ ਥੋੜ੍ਹਾ ਥੋੜ੍ਹਾ ਧਿਆਨ ਦੇ ਨਾਲ ਸਮਝਣ ਦੀ ਲੋੜ ਹੈ। ਕਹਿ ਲਗੇ ਜਨਨ ਪਿਤਾ ਲੋਕ ਸੁਤ ਬਣਤਾ, ਮਾਂ ਪੁੱਤਰ ਭੈਣ ਭਰਾ ਰਿਸ਼ਤੇਦਾਰ ਜਿੰਨੇ ਵੀ ਨੇ ਤੇਰੇ, ਇਸਤਰੀ ਇੱਥੋਂ ਤੱਕ ਘਰ ਵਾਲੀ ਜਿਹੜੀ ਤੇਰਾ ਲਾਈਫ ਪਾਰਟਨਰ, ਸਾਕ ਸੰਬੰਧੀ ਬਹੁਤ ਨੇੜੇ ਦੀ, ਕੋਈ ਨਾ ਕਿਸ ਕੀ ਧਰਿਆ। ਇਹਨਾਂ ਚੋਂ ਕਿਸੇ ਨੇ ਵੀ ਤੇਰੀ ਆਤਮਾ ਦਾ ਆਸਰਾ ਨਹੀਂ ਹੋ ਬਣਨਾ। ਭਾਵ ਜਿਸ ਦਿਨ ਤੈਨੂੰ ਜਮਾ ਦੇ ਵਸ ਪੈਣਾ ਪੈ ਗਿਆ, ਇਹਨਾਂ ਨੇ ਕਿਸੇ ਨੇ ਨਹੀਂ ਤੈਨੂੰ ਬਚਾਉਣਾ। ਉਹਦੇ ਵਾਸਤੇ ਤੈਨੂੰ ਨਾਮ ਜਪਣਾ ਪੈਣਾ ਹੈ। ਅੱਗੇ ਕਹਿਣਗੇ ਸਿਰ ਸਿਰ ਰਿਜਕ ਸੰਬਾਹੇ ਠਾਕੁਰ। ਸਿਰ ਸਿਰ ਦਾ ਅਰਥ ਹੈ ਹਰੇਕ ਸਿਰ ਦੇ ਉੱਤੇ, ਭਾਵ ਹਰੇਕ ਜੀਵ ਦੇ ਲਈ। ਕਹਿ ਲਗੇ ਪ੍ਰਮਾਤਮਾ ਨੇ ਹਰੇਕ ਜੀਵ ਵਾਸਤੇ ਜਿਹੜਾ ਹੈ, ਸੰਬਾਹੇ ਦਾ ਅਰਥ ਹੈ ਅਪੜਾਉਣਾ ਪਹੁੰਚਾਉਣਾ। ਹਰੇਕ ਜੀਵ ਵਾਸਤੇ ਪ੍ਰਮਾਤਮਾ ਰਿਜਕ ਦਾ ਪ੍ਰਬੰਧ ਕਰਕੇ ਉਹਨੂੰ ਪਹੁੰਚਾਉਂਦਾ ਪਿਆ ਹੈ। ਸਿਰ ਸਿਰ ਰਿਜਕ ਸੰਬਾਹੇ ਠਾਕੁਰ
ਕਾਹੇ ਮਨ ਭਉ ਕਰਿਆ। ਭਉ ਦਾ ਅਰਥ ਹੁੰਦਾ ਡਰ, ਇੱਥੇ ਅਰਥ ਕਰਾਂਗੇ ਸਹਿਮ। ਕਹਿੰਦੇ ਤੂੰ ਸਹਿਮ ਕਾਹਦੇ ਵਾਸਤੇ ਕਰਦਾ, ਕਾਹਦੀ ਟੈਨਸ਼ਨ ਲੈਣਾ ਹੈ। ਜੇ ਘਰ 'ਚ ਬੱਚਾ ਹੈ ਤੇ ਬੱਚੇ ਦਾ ਦੁੱਧ ਦਾ ਵੱਖਰਾ ਇੰਤਜ਼ਾਮ ਹੈ, ਜੇ ਜਵਾਨ ਹੈ ਉਹਦੀ ਖੁਰਾਕ ਦਾ ਵੱਖਰਾ ਇੰਤਜ਼ਾਮ ਹੈ, ਜੇ ਬਜ਼ੁਰਗ ਹੈ ਤੇ ਉਹਦੀ ਖੁਰਾਕ ਦਾ ਵੱਖਰਾ ਇੰਤਜ਼ਾਮ ਹੈ। ਪ੍ਰਮਾਤਮਾ ਨੇ ਸਾਰਿਆਂ ਨੂੰ ਇੰਤਜ਼ਾਮ ਕਰਕੇ ਉਹਦਾ ਰਿਜ਼ਕ ਪਹੁੰਚਾਇਆ ਹੋਇਆ ਹੈ। ਸਾਰੇ ਅਸੀਂ ਆਪਣੇ ਘਰਾਂ 'ਚ ਦੇਖਦੇ ਹਾਂ ਨਾ, ਬੱਚਿਆਂ ਦਾ ਦੁੱਧ ਹਲਕਾ ਥੋੜ੍ਹਾ ਜਿਹਾ ਹੁੰਦਾ ਹੈ, ਜਵਾਨਾਂ ਦਾ ਬਿਲਕੁਲ ਵਧੀਆ ਹੁੰਦਾ ਹੈ, ਬਜ਼ੁਰਗਾਂ ਨੂੰ ਥੋੜ੍ਹਾ ਜਿਹਾ ਹਲਕਾ ਖਾਣਾ ਦਿੱਤਾ ਜਾਂਦਾ ਹੈ। परमात्मा ने हरेक दी ड्यूटी वो आपो अपने सिर ते उहदा रिजक लिखिया होया भी तू आ दाना खाना है, आ तू नहीं खाना। सतगुरु कह लगे सिर सिर रिजक संभाहे ठाकुर। सारे वास्ते परमात्मा ने रिजक का प्रबंध किया होया है। काहे मन भाव करया, तू काहदे वास्ते डर भाव रखदा पिया है, काहदी टेंशन लेना है। अगे कह लगे ऊडै ऊड आवै सह कोसां, आ अगली उदाहरण है। उत्थे पाठ है जी ऊडे, ये ला है, इत्थे दुलावां ने, बस इन्ना क फर्क है। कहते दूर को सह दा अर्थ है सैकड़े, कोसां दा अर्थ है कोह। कहते सैकड़े कोहां तो उड़ के जिहड़ी इत्थे भाव अर्थ है इशारा किया जी कूंज वाल। नाम नहीं इत्थे आया पर इशारा कूंज दा है। ऊडै ऊड आवै सह कोसां, एक कूंज कई कोहां दा सैकड़े कोहां दा पैंडा तय करके दूसरे इलाके दे विच जदों आउंदी है ते सपाछै बचरे शरिया, वो भी अपने बच्चे पिछे छड्ड के आउंदी है ना। उन्हें भी जिहड़े ने बच्चे दिते ने, बच्चों को छड्ड के उत्थे आ गई, नाल उड्डण जोगे नहीं होए। अगे सतगुरु कहणगे उन कवन खिलावै, उत्थे पाठ है रह रस दे विच तीन, इत्थे है उन, अर्थ सेम है। कहंदे मैनूं दसो उन्हां नूं कौन उत्थे खवाउंदा पिया है। उहदे बच्चों दी अजे अखां भी नहीं खोलियां, वो किहदे सिर ते पलदे ने। उन कवन खिलावै, उन्हां नूं कौन खवाउंदा है। कवन चुगावै, कौन उन्हां दे मूँह दे विच चोगा पाउंदा है। ये पुराने समय च साडे घरां च चिड़ियां हुंदियां सन आम ही, चिड़ियां दे आलने बने होने, तो ये शायद तुसी ये थोड़ा जिहा वेख्या होवे वीडियो टाइप। चिड़ी जो मैं बड़ी बारी वेख्या सी, चिड़ी जो दाना लैके आउंदी सी ना अपने बोट दे वास्ते, तो वो अपनी चुंझ दे विच दाना भर के बच्चे दे मूँह दे विच अपनी चुंझ दे नाल दाना पाउंदी सी। वो जे इन्नी भी चुंझ कामयाब नहीं हैगी कि वो चुंझ दे नाल दाना चुग सके, बजे छोटे बच्चे हुंदे सन, मैं वेखे सन। सो ये इत्थे कवन चुगावे का अर्थ वो करना है भी उन्हां दियां चुंझां भी नहीं अजे पूरियां कामयाब, वो अजे उड़ नहीं सकते। ये उन्हां नूं खवाउण वाला कोई नहीं, ना कोई चोगा पाउण वाला उन्हां दे मूँह दे विच हैगा। उन कवन खिलावै कवन चगावै। हुण अगे कूंज की करदी है जी, मन मह सिमरन करिया। कहंदे वो दाना आप चुगदी है ते ध्यान बच्चों का धरदी है। याद रखियो उहदे ध्यान दे विच ही इन्नी ताकत है, उहदे बच्चे जिहड़े ने ध्यान दे आसरे ही पलदे पए ने। ये एक बड़ा तगड़ा विषय गुरमत दे अनुकूल, गुरमत दे विच ध्यान का की ये जिहड़ा रोल है। कई ज़्यादा योग मत दे नाल जोड़ देंदे ने, कई बिल्कुल खंडन कर देंदे। याद रखियो ये एक वखरा टॉपिक मैं अज नहीं साझा कर सकदा, पर एक गल याद रखियो ध्यान की अपनी ताकत है। तुसी जिहदा भी ध्यान धरदे जे उत्थे उहनूं खिच जरूर पैंदी है। ये उदाहरण सतगुरु अज दे रहे ने। एक अमृत बाणी का होर बचन है, चुगै चितारे पी चुगै चुग चुग चितारे। कूंज दाना मूँह च पाउंदी है, बच्चे याद करदी है, फिर दाना मूँह च पाउंदी है, फिर याद करदी है। वो जिन्ने दाने खांदी है बच्चे याद करदी है। तो सतगुरु कह लगे वो आसरे ही पलदे ने। मन मह सिमरन करिया। अखीर ते कह लगे सब निधान, निधान का अर्थ खजाने। कहंदे परमात्मा दे कोल सारे खजाने ने। 10 अष्ट ये अलग अलग पाठ करना, 10 अष्ट इकट्ठा नहीं करना। 10 अष्ट ये गिनती आई है, गुरु ग्रंथ साहब इदा भी गिनती है। 10 का अर्थ है 10 गिनती वाले 10, अष्ट का अर्थ है 8, 10 + 8 किन्ने हो गए 18। 18 जड़ियाँ ने वो रिधियाँ सिद्धियाँ मनिया गई ने। कह लगे सब निधान 10 अष्ट सिधान 18 जड़ियाँ सिद्धियाँ ने। ठाकुर परमात्मा कर हथ तल तली दे उत्ते धरिया रखिया हुई ने। कहते तू कादी परवाह करदा है, जिस परमात्मा के चरणों के विच जुड़न वास्ते मैं कह रहा ना। गुरु अर्जुन साहब कहते याद रखी दुनिया के सारे खजाने ते 18 सिद्धियां परमात्मा ने मानो अपने तली दे उत्ते रखियां पईयां ने। तू उन्होंने याद ते कर, वो सारा कुछ तेरे तो निशावर कर देगा। अखीर ते कह लगे जन नानक बल बल सद बल जाइए। कहते मैं एहो जी परमात्मा तो कुर्बान जाना हाँ, बलिहारने जाना हाँ, सदके वारने बार बार जाना हाँ। क्यों तेरा अंत ना पारा वरिया। पारा वरिया का अर्थ होंदा पारला ते उरला ते पारला बनना। जिवें नदी के 2 कंढे हुंदे ने, एक उरला एक पारला। समुंदर का उरला ते परला बनना नहीं जिवें कोई लभ सकदा, नहीं सानू नज़र आउंदा अखां दे नाल। परमात्मा का भी आद ते अंत नहीं जे पता लगता। जिन्हों बाणी कहंदी है 2 सिरियां का आप सुवामी खेले बक्स अंतरजामी। सानू नहीं पता उहदा एंड कित्थे ते उहदी शुरुआत कित्थे है। कह लगे मैं उस परमात्मा तो कुर्बान जाना जिहदा पारला बनना ते उरला बनना नहीं लभ सकदे, भाव जिहदा अंत नहीं पाया जा सकदा। हाँ ये गल है
ਤੁਸੀਂ ਬੇਅੰਤ ਬੇਅੰਤ ਨੂੰ ਜਪਦਿਆਂ ਹੋਇਆਂ ਉਹਦੇ ਵਿੱਚ ਅਭੇਦ ਤਾਂ ਹੋ ਸਕਦੇ ਜੇ, ਪਰ ਬੇਅੰਤ ਦਾ ਅੰਤ ਨਹੀਂ ਮਨੁੱਖ ਪਾ ਸਕਦਾ। ਸੋ ਇਹ ਸੀ ਪਾਵਨ ਸ਼ਬਦ ਦੀ ਵਿਚਾਰ। ਸਮੁੱਚਾ ਤੱਤ ਭਾਵ ਇਹ ਹੈ, ਤੂੰ ਕੇਵਲ ਤੇ ਕੇਵਲ ਸਿਮਰਨ ਕਰ, ਸੰਗਤ ਕਰ, ਕੀਤੀ ਹੋਈ ਸੰਗਤ ਤੈਨੂੰ ਪ੍ਰਮਾਤਮਾ ਤੱਕ ਮਿਲਾ ਦੇਵੇਗੀ। ਦੂਜੀ ਗੱਲ, ਜਿਹੜਾ ਤੂੰ ਰਿਜ਼ਕ ਦੀ ਟੈਨਸ਼ਨ ਚੁੱਕੀ ਫਿਰਦਾ ਹੈ, ਉਹ ਪ੍ਰਮਾਤਮਾ ਤੇ ਛੱਡ ਦੇ। ਜਿੰਨੇ ਜੀਵਨ ਦਿੱਤਾ ਹੈ ਉਹ ਤੈਨੂੰ ਰਿਜ਼ਕ ਜ਼ਰੂਰ ਦੇਵੇਗਾ। ਜਿੰਨੇ ਜੀਵਨ ਦਿੱਤਾ ਹੈ ਉਹ ਜੀਵਨ ਦੇ ਵਿੱਚ ਤਰੱਕੀਆਂ, ਜੀਵਨ ਦੇ ਵਿੱਚ ਕਾਮਯਾਬੀਆਂ ਵੀ ਦੇਵੇਗਾ। ਬਸ ਭਰੋਸਾ ਰੱਖ ਕੇ ਉਹਦੀ ਸੰਗਤ 'ਚ ਬਹਿ ਕੇ ਗੁਰੂ ਗੁਰੂ ਜਪਿਆ ਕਰ। ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।